ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 21ਵੀਂ ਤੇ ਪਦ 7ਵਾਂ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ ਉੱਤੇ ਇੰਨਾ ਅਕਲਮੰਦ ਨਹੀਂ ਹੈ, ਇੰਨਾ ਸਿਆਣਾ ਨਹੀਂ ਹੈ ਜਿਹੜਾ ਗੁਰੂ ਮਹਾਰਾਜ ਦੀਆਂ ਰਮਜ਼ਾਂ ਸਮਝ ਸਕੇ। ਜਿੰਨੀ ਉਹ ਕਿਰਪਾ ਕਰਦੇ ਹਨ ਉਹਨਾਂ ਪ੍ਰਾਣੀ ਬੋਲਦਾ ਹੈ, ਉਹਨਾਂ ਪ੍ਰਾਣੀ ਸੁਣਦਾ ਹੈ ਤੇ ਉਹਨਾਂ ਹੀ ਵਿਚਾਰ ਕਰ ਸਕਦਾ ਹੈ। ਆਪਣੇ ਆਪ ਦੇ ਵਿੱਚ ਇਨਸਾਨ ਕੁਝ ਵੀ ਨਹੀਂ ਹੈ। ਸੱਚੇ ਪਾਤਸ਼ਾਹ ਜਿਵੇਂ ਚਲਾਉਂਦੇ ਹਨ ਉਸੇ ਤਰ੍ਹਾਂ ਚੱਲਦਾ ਹੈ। ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਸੁੱਖਾਂ ਦੀ ਮਣੀ, ਸੁੱਖਾਂ ਦਾ ਖਜ਼ਾਨਾ, ਵਡਮੁੱਲਾ ਅੰਮ੍ਰਿਤ ਰੂਪੀ ਸਾਗਰ। ਪ੍ਰਭੂ ਸੱਚੇ ਪਾਤਸ਼ਾਹ ਨਾਲ ਸੁਮੇਲ ਕਰਨ ਦੇ ਲਈ ਬਹੁਤ ਹੀ ਵਡਮੁੱਲੀ ਵਿਧੀ ਹੈ। ਆਪਣੇ ਆਪ ਨੂੰ ਪ੍ਰਭੂ ਦੇ ਵਿੱਚ ਮਿਲਾ ਦੇਣਾ ਸੱਚੇ ਪਾਤਸ਼ਾਹ ਨੇ ਬਹੁਤ ਪਿਆਰਾ ਤਰੀਕਾ ਸਾਨੂੰ ਦਿੱਤਾ ਹੈ। ਇਨਸਾਨ ਬਹੁਤ ਛੋਟਾ ਹੈ, ਉਹਨੂੰ ਇਹ ਵੀ ਨਹੀਂ ਪਤਾ ਚੱਲਦਾ ਕਿ ਮੈਂ ਕਿੰਨਾ ਛੋਟਾ ਹਾਂ। ਪ੍ਰਾਣੀ ਦੇ ਕੋਲ ਉਹ ਦਿਮਾਗ ਨਹੀਂ ਜਿਹੜਾ ਪ੍ਰਭੂ ਨੂੰ ਮਾਪ ਸਕੇ, ਉਹਦਾ ਵੱਡਾਪਣ ਦਰਸਾ ਸਕੇ। ਇਨਸਾਨ ਦੀ ਬਦਕਿਸਮਤੀ ਇਹ ਹੈ ਕਿ ਉਹਨੂੰ ਇਹ ਵੀ ਸਮਝ ਨਹੀਂ ਕਿ ਵਾਹਿਗੁਰੂ ਕਿੰਨਾ ਵੱਡਾ ਹੈ। ਜਦੋਂ ਬੇਸਮਝ ਇਹ ਵੀ ਨਹੀਂ ਜਾਣਦਾ ਕਿ ਮੈਂ ਕਿੰਨਾ ਛੋਟਾ ਹਾਂ, ਜਿਹਦੇ ਵੱਲ ਮੈਂ ਪਲੰਘਾਂ ਪੁੱਟ ਰਿਹਾ ਹਾਂ ਉਹ ਕਿੰਨਾ ਵੱਡਾ ਹੈ, ਯਕੀਨਨ ਉਹਨੂੰ ਕਿਸੇ ਹੋਰ ਦੀ ਸਮਝ ਦੀ ਜ਼ਰੂਰਤ ਪਵੇਗੀ। ਉਹ ਗੁਰੂ ਸਾਹਿਬਾਨ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਿਹਰ ਕਰਕੇ ਉਹਦਾ ਇਹ ਹੱਲ ਕੱਢ ਕੇ ਦੇ ਰਹੇ ਹਨ। ਅਮਲ ਕਰਨਾ ਵਿਦਿਆਰਥੀ ਦਾ ਕੰਮ ਹੈ। ਉਹਦੀ ਮਿਹਨਤ ਸਦਕਾ, ਉਹਦੀ ਲਗਨ ਸਦਕਾ ਉਹ ਪ੍ਰੀਖਿਆ ਦੇ ਵਿੱਚ ਚੰਗੇ ਨੰਬਰ ਪ੍ਰਾਪਤ ਕਰ ਸਕਦਾ ਹੈ। ਗੁਰੂ ਦਾ ਮਨੋਰਥ ਆਪਣੇ ਵਿਦਿਆਰਥੀ ਨੂੰ ਸਮਝਾਉਣਾ ਹੈ, ਚੰਗੇ ਤੋਂ ਚੰਗੇ ਤਰੀਕੇ ਦੇ ਨਾਲ ਉਹਨੂੰ ਅੱਗੇ ਤੋਰਨਾ ਹੈ। ਇਹੀ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ ਅਪਾਰ ਕਿਰਪਾ ਰਾਹੀਂ ਕੀਤਾ ਹੈ। 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ 8 ਭਾਗ ਹਨ। ਉਹਨਾਂ 8 ਭਾਗਾਂ ਦੇ ਤਕਰੀਬਨ 1000 ਅੱਖਰ ਹਨ। 24 ਅਸ਼ਟਪਦੀਆਂ ਦੇ 24,000 ਅੱਖਰ ਹਨ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਉਸਤਤ ਹੈ। ਸੁਖਮਣੀ ਸਾਹਿਬ ਦੇ ਵਿੱਚ ਪ੍ਰੀਤਮ ਪਿਆਰੇ ਨੇ ਉਹਦਾ ਗੀਤ ਗਾਇਆ ਹੈ। ਬਹੁਤ ਹੀ ਮਠਾਸ ਨਾਲ
ਆਪਣੇ ਵਾਹਿਗੁਰੂ ਅਕਾਲ ਪੁਰਖ ਨੂੰ ਆਰਾਧਿਆ ਹੈ, ਉਹਦਾ ਵਿਸਤਾਰ ਸਮਝਾਇਆ ਹੈ। ਉਹਦਾ ਏਕ ਰੂਪ, ਉਹਦਾ ਅਨੇਕ ਰੂਪ ਖੂਬ ਵਰਣਨ ਕੀਤਾ ਹੈ। ਉਹ ਕਿਸ ਤਰ੍ਹਾਂ ਦਿਆਲੂ ਹੈ, ਕਿਸ ਤਰ੍ਹਾਂ ਕਿਰਪਾਲੂ ਹੈ, ਚੰਗੀ ਤਰ੍ਹਾਂ ਪ੍ਰਾਣੀ ਦੇ ਪੱਲੇ ਦੇ ਵਿੱਚ ਪਾਇਆ ਹੈ। ਪਰ ਪ੍ਰਾਣੀ ਅਬੇਸਲਾ ਹੈ, ਬੇਪਰਵਾਹ ਹੈ। ਜਿਹੜਾ ਤਰੀਕਾ ਗੁਰੂ ਸਾਹਿਬਾਨ ਸਮਝਾਉਂਦੇ ਹਨ, ਬਿਲਕੁਲ ਉਹ ਤੋਂ ਉਲਟ ਚੱਲਦਾ ਹੈ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਗੁਰੂ ਸਾਹਿਬਾਨ ਸਬਕ ਪੜ੍ਹਾਉਣ ਤੇ ਸਿੱਖ ਨਾ ਪੜ੍ਹੇ? ਗੁਰੂ ਜੀ ਆਪਣੇ ਪਿਆਰ ਦੇ ਨਾਲ ਪ੍ਰਭੂ ਨੂੰ ਪਾਉਣ ਦਾ ਤਰੀਕਾ ਸਮਝਾਉਣ, ਸਿੱਖ ਨਾ ਸੁਣੇ। ਇਹੀ ਕੁਝ ਹੋ ਰਿਹਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਭਵਜਲ ਸਾਗਰ ਨੂੰ ਪਾਰ ਕਰਨ ਦੇ ਲਈ ਅੰਮ੍ਰਿਤ ਰੂਪੀ ਕਿਸ਼ਤੀ ਨਾਮ ਆਪਣੇ ਪਾਰ ਲੰਘਣ ਵਾਲੇ ਵਿਦਿਆਰਥੀ ਨੂੰ ਸੌਂਪ ਰਹੇ ਹਨ। ਵਿਦਿਆਰਥੀ ਨਾਮ ਨੂੰ ਪਸੰਦ ਨਹੀਂ ਕਰਦਾ, ਆਪਣੀ ਮਰਜ਼ੀ ਦੇ ਨਾਲ ਚੱਲਣ ਵਾਲੀ ਵਹੀਕਲ ਜਿਹੜੀ ਪਾਣੀ ਉੱਤੇ ਚੱਲ ਨਹੀਂ ਸਕਦੀ, ਉਹ ਰੱਟ ਲਗਾਈ ਕੰਢੇ ਤੇ ਲੈ ਕੇ ਖੜਾ ਹੈ। 4 ਪਹੀਆ ਵਾਲੀ ਕਾਰ, 5 ਪਹੀਆ ਵਾਲੀ ਕਾਰ, ਕਾਰ ਦੇ 4 ਪਹੀਏ ਟਾਇਰਾਂ ਨਾਲ ਲੱਗੇ ਹੁੰਦੇ ਹਨ ਤੇ ਇੱਕ ਸਪੇਅਰ ਟਾਇਰ ਹੈ ਜਿਹੜਾ ਉਹ ਟਰੱਕ ਦੇ ਵਿੱਚ ਰੱਖਿਆ ਹੁੰਦਾ ਹੈ। ਇਸੇ ਤਰ੍ਹਾਂ ਪ੍ਰਾਣੀ ਬੇਜਿੱਦ ਹੈ। ਵਿਦਿਆਰਥੀ ਜਿੱਦ ਕਰਦਾ ਹੈ, ਆਪਣੀ ਮਰਜ਼ੀ ਕਰਦਾ ਹੈ। ਗੁਰੂ ਸਾਹਿਬਾਨ ਨੇ ਜਿਹੜੀ ਨਾਮ ਬਖਸ਼ੀ ਹੈ ਉਹ ਈਗੋਲੈਸ ਹੈ, 5 ਤੱਤਾਂ ਦੇ ਕੰਟਰੋਲ ਤੋਂ ਬਾਹਰ ਹੈ। ਪ੍ਰਾਣੀ ਆਪਣੀ ਪੁਰਾਣੀ ਆਦਤ ਦੇ ਮੁਤਾਬਕ 5 ਪਹੀਆ ਵਾਲੀ 5 ਤੱਤਾਂ ਵਾਲੀ ਗਡੇਰੀ ਲੈ ਕੇ ਪਾਣੀ ਦੇ ਵਿੱਚ ਕੁੱਦਣ ਲਈ ਤਿਆਰ ਹੈ। ਗੁਰੂ ਮਹਾਰਾਜ ਨੂੰ ਸਮਝ ਹੈ, ਪੂਰਨ ਪਤਾ ਹੈ ਕਿ ਇਹ ਵਿਚਾਰਾ ਡੁੱਬ ਜਾਵੇਗਾ, ਇਹ ਅੱਗੇ ਨਹੀਂ ਜਾਵੇਗਾ। ਗੁਰੂ ਪੁਕਾਰ ਪੁਕਾਰ ਕੇ ਪ੍ਰਾਣੀ ਨੂੰ ਸਮਝਾ ਰਿਹਾ ਹੈ, ਜਿਵੇਂ ਉਹਦੇ ਕੰਨਾਂ ਦੇ ਵਿੱਚ ਪੈਂਦਾ ਹੀ ਨਹੀਂ। ਪ੍ਰਾਣੀ, ਤੈਨੂੰ ਪਹਿਲਾਂ ਆਪਣੇ 5 ਤੱਤਾਂ ਉੱਤੇ ਕੰਟਰੋਲ ਕਰਨਾ ਪਵੇਗਾ, ਫਿਰ ਤੈਨੂੰ ਤੇਰੀ ਮੈਂ ਬਾਹਰ ਕੱਢਣੀ ਪਵੇਗੀ। ਫਿਰ ਤੂੰ ਉਹ ਅੰਮ੍ਰਿਤ ਰੂਪੀ ਕਿਸ਼ਤੀ ਉੱਤੇ ਬੈਠ ਸਕੇਗਾ ਤੇ ਪ੍ਰਭੂ ਦੇ ਦੁਆਰੇ ਉੱਤੇ ਜਾ ਸਕੇਗਾ। ਪਰ ਪ੍ਰਾਣੀ ਆਪਣੀ 5 ਪਹੀਆ ਵਾਲੀ ਗਡੇਰੀ ਗੁਰੂ ਅੱਗੇ ਸ਼ਰਮਸ਼ਾਰ ਹੋਇਆ ਲੈ ਕੇ ਖੜਾ ਹੈ। ਗੁਰੂ ਪਿਆਰਿਓ, ਦੁਨੀਆ ਦਾ ਸਫ਼ਰ, ਦੁਨੀਆ ਦੇ ਵਿੱਚ
ਮੈਂ ਦਾ ਬਣਜ ਚੱਲਦਾ ਹੈ। ਸੌਦਾ ਆਫ ਆਈ, ਸੌਦਾ ਆਫ ਬੀ, ਸੌਦਾ ਆਫ ਯੂ। ਇਹ ਤੋਂ ਬਿਨਾਂ ਦੁਨੀਆ ਦਾ ਬਣਜ ਫੇਲ ਹੈ। ਹਰ ਪਾਸੇ ਮੈਂ ਵਿਕਦੀ ਹੈ। ਮੈਂ ਦਾ ਬੋਲ ਬਾਲਾ ਹੈ। ਮੈਂ ਦਾ ਮੇਲਾ ਹੈ। ਦੁਨੀਆ ਦੇ ਵਿੱਚ ਜੇ ਮੈਂ ਨੂੰ ਕਾਮਯਾਬ ਕਰਨਾ ਹੈ ਤਾਂ ਹੰਕਾਰ ਜ਼ਰੂਰੀ ਹੈ। ਮੈਂ ਤੇ ਹੰਕਾਰ ਪੰਜੇ ਤੱਤ, ਇਹ ਇੱਕ ਦੁਨੀਆ ਦਾ ਦਸਤੂਰ ਹੈ। ਪਦਾਰਥ ਇਕੱਠਾ ਕਰਨਾ, ਆਪਣੀ ਮਹਿਮਾ ਵਧਾਉਣੀ, ਦੁਨੀਆ ਦੇ ਵਿੱਚ ਆਪਣੇ ਆਪ ਨੂੰ ਅੱਗੇ ਅੱਗੇ ਪੇਸ਼ ਕਰਨਾ, ਇਹ ਇੱਕ ਸਾਧਨ ਹੈ ਜਿਹੜਾ ਹਰ ਕੋਈ ਕਰਦਾ ਹੈ। ਹਰ ਕੋਈ ਇਸ ਬਣਜ ਦੇ ਵਿੱਚ ਲੱਗਿਆ ਹੋਇਆ ਹੈ। ਦੁਨੀਆ ਦੇ ਵਿੱਚ ਕਿਸ ਤਰ੍ਹਾਂ ਕਾਮਯਾਬ ਹੋਣਾ ਹੈ। ਬੇਸ਼ੱਕ ਇਹ ਕਾਮਯਾਬੀ ਉੱਤੇ ਪਛਤਾਉਣਾ ਵੀ ਕਿਉਂ ਨਾ ਪਵੇ, ਦੂਸਰੇ ਪਾਸੇ ਪ੍ਰਭੂ ਦਾ ਦੁਆਰ ਮੈਂ ਨਾਲ ਨਹੀਂ ਚੱਲਦਾ। ਮੈਂ ਗਰਾਉਣੀ ਪੈਂਦੀ ਹੈ। ਪ੍ਰਭੂ ਮੈਂ ਨੂੰ ਪਸੰਦ ਨਹੀਂ ਕਰਦਾ। ਹੰਕਾਰ ਨੂੰ ਨਹੀਂ ਚੱਲਦਾ। ਹੰਕਾਰ ਮਾਰਨਾ ਪੈਂਦਾ ਹੈ। ਨਿਮਰਤਾ, ਕਾਈਂਡਨੈਸ, ਪੋਲਾਈਟਨੈਸ, ਹੰਬਲਨੈਸ, ਡਾਊਨ ਟੂ ਅਰਥ, ਨਾ ਚੀਜ਼ ਹੋ ਕੇ ਉਹਦੇ ਦੁਆਰੇ ਜਾਣਾ ਪੈਂਦਾ ਹੈ। ਬਹੁਤ ਬਹੁਤ ਬੇਨਤੀਆਂ ਦਿਨ ਰਾਤ ਕਰਨੀਆਂ ਪੈਂਦੀਆਂ ਹਨ। ਪ੍ਰਭੂ ਦੀ ਫਿਰ ਅਪਾਰ ਕਿਰਪਾ ਦੇ ਨਾਲ ਉਹ ਪ੍ਰਾਪਤ ਹੁੰਦਾ ਹੈ। ਇਹ ਗੁਰਬਾਣੀ ਦਾ ਦਸਤੂਰ ਹੈ। ਗੁਰਬਾਣੀ ਪੁਕਾਰਦੀ ਹੈ। ਇਹ ਸਿੱਖਿਆ ਹੈ, ਇਹ ਸਿਧਾਂਤ ਹੈ। ਸੁਖਮਣੀ ਸਾਹਿਬ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਜੀ ਬਾਰ-ਬਾਰ ਪ੍ਰਾਣੀ ਨੂੰ ਇਹ ਸਮਝਾ ਰਹੇ ਹਨ ਕਿ ਤੂੰ ਆਪਣੀ ਕੋਸ਼ਿਸ਼ ਕਰੀ ਚੱਲ, ਸਵਾਸ ਉਹਨੂੰ ਜਪੀ ਚੱਲ। ਪਹਿਲਾਂ ਆਪਣੇ ਚੇਤਨ ਮਨ ਦੇ ਨਾਲ ਕਰੇਗਾ ਭੋਲਿਆ, ਫਿਰ ਤੈਨੂੰ ਆਦਤ ਪੈ ਜਾਵੇਗੀ। ਤੇਰਾ ਰੋਜ਼ ਨਾਮਚਾ ਬਦਲ ਜਾਵੇਗਾ। ਫਿਰ ਇਹੀ ਤੇਰੀ ਕੋਸ਼ਿਸ਼ ਅਚੇਤ ਮਨ ਦੇ ਵਿੱਚ ਦਾਖਲ ਹੋ ਜਾਵੇਗੀ। ਤੇਰਾ ਅਚੇਤ ਮਨ ਚੇਤਨ ਮਨ ਨਾਲੋਂ 9 ਗੁਣੇ ਤਕੜਾ ਹੈ, ਵੱਡਾ ਹੈ। ਅਵਸ਼ ਹੀ ਤੇਰਾ ਜਾਪ ਅਜੱਪਾ ਜਾਪ ਬਣ ਜਾਵੇਗਾ। ਜਿਸ ਤਰ੍ਹਾਂ ਪਹਿਲੇ ਪਾਤਸ਼ਾਹ ਫਰਮਾਉਂਦੇ ਹਨ, ਇੱਕ ਦੂ ਜੀਬੋ ਲੱਖ ਹੋਏ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਤੂੰ ਫਿਰ ਇੱਕ ਜੀਵ ਨਾਲ ਨਹੀਂ ਆਰਾਧਨਾ ਕਰੇਗਾ। ਤੇਰੀਆਂ ਲੱਖਾਂ ਕਰੋੜਾਂ ਜੀਭਾਂ ਬਣ ਜਾਣਗੀਆਂ। ਅਚੇਤ ਮਨ ਨਿਸ਼ਚੇ ਹੀ ਤੇਰੀ ਨਈਆ ਨੂੰ ਪਾਰ ਕਰ ਦੇਵੇਗਾ। ਫਿਰ ਉਹਦੀ ਕਿਰਪਾ ਦੇ ਨਾਲ ਤੈਨੂੰ ਸਾਖਸ਼ਾਤ ਪ੍ਰਭੂ ਸਾਹਮਣੇ ਖੜਾ ਨਜ਼ਰ ਆਵੇਗਾ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਪ੍ਰਮੁੱਖ ਤੇ ਪਿਆਰਾ ਵਿਸ਼ਾ ਅਕਾਲ ਉਸਤਤ।
ਪ੍ਰੀਤਮ ਪਿਆਰੇ ਦੀ ਸਿਫਤ ਸਲਾਹ, ਉਹਦਾ ਰੂਪ, ਉਹਦਾ ਵਿਸਤਾਰ, ਉਹਦੀ ਕਿਰਪਾ, ਉਹਦੀ ਦਿਆਲਤਾ, ਉਹਦੀ ਕਿਰਪਾਲਤਾ ਖੂਬ ਵਰਣਨ ਕੀਤੀ ਹੈ। ਦੂਸਰਾ, ਉਹਦੇ ਸਿੱਖ, ਉਹਨੂੰ ਜਪਣ ਵਾਲੇ, ਉਹਨੂੰ ਧਿਆਉਣ ਵਾਲੇ ਤੇ ਉਹਦੀ ਕਿਰਪਾ ਦੇ ਨਾਲ ਉਹਨੂੰ ਪਾਉਣ ਵਾਲੇ। ਬਹੁਤ ਸਲਾਹੇ ਹਨ ਪ੍ਰੀਤਮ ਪਿਆਰੇ ਨੇ, ਇੱਥੋਂ ਤੱਕ ਕਿ ਉਹਨਾਂ ਦੀ ਚਰਨ ਧੂੜੀ ਲੋੜੀ ਹੈ। ਆਪਣਾ ਸੀਸ ਕੁਰਬਾਨ ਕਰਨਾ ਉਹਨਾਂ ਦੀ ਸੇਵਾ ਤੋਂ ਉਚਿਤ ਸਮਝਿਆ ਹੈ। ਕਿੰਨਾ ਪਿਆਰ ਕਰਦੇ ਹੈ ਮੇਰੇ ਪ੍ਰੀਤਮ ਪਿਆਰੇ ਗੁਰੂ ਦੇ ਪਿਆਰਿਆਂ ਨੂੰ, ਵਾਹਿਗੁਰੂ ਦੇ ਦੁਲਾਰਿਆਂ ਨੂੰ। ਤੀਸਰਾ, ਸੱਚੇ ਪਾਤਸ਼ਾਹ ਨੇ, ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨਿੰਦਕਾਂ ਨੂੰ, ਉਹਨਾਂ ਦੋਖੀਆਂ ਨੂੰ, ਜਿਹੜੇ ਪਿਆਰਿਆਂ ਨੂੰ ਜਲੀਲ ਕਰਦੇ ਹਨ, ਉਹਨਾਂ ਦੀ ਚੰਗੀ ਖਾਸੀ ਮੁਰੰਮਤ ਕੀਤੀ ਹੈ। ਉਹਨਾਂ ਦਾ ਯੋਗ ਬਣਦਾ ਅਸਥਾਨ ਉਹਨਾਂ ਨੂੰ ਦਰਸਾਇਆ ਹੈ ਕਿ ਤੁਸੀਂ ਇੰਨੇ ਜੋਗੇ ਹੀ ਹੋ, ਤੁਸੀਂ ਕੁਝ ਜੋਗੇ ਵੀ ਨਹੀਂ। ਤੁਸੀਂ ਧਰਤੀ ਤੇ ਜਿਹੇ ਜੇ ਆਏ, ਜਿਹੇ ਜੇ ਨਾ ਆਏ, ਨਾ ਹੋਇਆ ਬਰਾਬਰ ਹੋ, ਜਿਉਂਦੀਆਂ ਲਾਸ਼ਾਂ ਹੋ। ਤੁਸੀਂ ਗੁਰੂ ਦੇ ਪਿਆਰਿਆਂ ਨੂੰ ਜਲੀਲ, ਉਹਨਾਂ ਗਰੀਬਾਂ ਉੱਤੇ ਗਰਦਨ ਅਕੜਾਉਂਦੇ ਹੋ, ਛਾਤੀਆਂ ਤਾੜਦੇ ਹੋ, ਉਹਨਾਂ ਵਿਚਾਰਿਆਂ ਤੇ, ਉਹਨਾਂ ਗੁਰੂ ਦੇ ਦੁਲਾਰਿਆਂ ਤੇ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸੰਤ ਦੋਖੀ, ਸੰਤ ਨਿੰਦਕ, ਕੁੜਿਆਰ, ਹਰਾਮਖੋਰ, ਚੋਰ ਕਹਿ ਕੇ ਉਹਨਾਂ ਨੂੰ ਢੁਕਵੀਂ ਦਸ਼ਾ ਦਿਖਾਈ ਹੈ। ਗੁਰੂ ਪਿਆਰਿਓ, ਇਸ ਪਦ ਦੇ ਵਿੱਚ, ਪਹਿਲੇ ਪਦਾਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਉਸ ਵੇਲੇ ਦਾ ਜ਼ਿਕਰ ਕੀਤਾ ਹੈ ਜਦੋਂ ਰਚਨਾ ਨਹੀਂ ਬਣੀ ਸੀ, ਪ੍ਰਭੂ ਕੱਲਾ ਸੀ, ਮਹਾਂ ਆਨੰਦ ਦੇ ਵਿੱਚ ਲੀਨ ਸੀ, ਆਪਣੇ ਆਪ ਦੇ ਵਿੱਚ ਆਪ ਦੀ ਉਸਤਤ ਆਪ ਕਰਦਾ ਸੀ। ਕੋਈ ਹੈ ਹੀ ਨਹੀਂ ਸੀ ਹੋਰ ਕੋਈ। ਇਸ ਪਦ ਦੇ ਵਿੱਚ ਪਾਤਸ਼ਾਹ ਫਰਮਾਉਂਦੇ ਹਨ, ਜੈ ਆਪ ਰਚਿਓ ਪਰ ਪੰਚ ਆਕਾਰ, ਤੇਹੋ ਗੁਣ ਮੈਂ ਕੀਨੋ ਬਸਤਾਰ। ਜਦੋਂ ਸੁਆਮੀ ਨੇ ਖੁਦ ਸੰਸਾਰ ਅਤੇ ਸਰੂਪ ਸਾਜੇ, ਉਸਨੇ ਜਹਾਨ ਨੂੰ ਤਿੰਨ ਸੁਭਾਵਾਂ ਵਿੱਚ ਵੰਡ ਦਿੱਤਾ। ਏਕਾ ਮਾਈ, ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਪਹਿਲਾਂ ਆਪ ਸੀ ਕੱਲਾ, ਫਿਰ ਰਚਨਾ ਰਚ ਦਿੱਤੀ, ਬਹੁਤ ਹੀ ਪਿਆਰੀ ਰਚਨਾ, ਬ੍ਰਹਿਮੰਡ, ਉਹਨਾਂ ਦੇ ਆਕਾਰ ਬਣਾ ਦਿੱਤੇ। ਆਪ ਦਾ ਆਕਾਰ ਕੋਈ ਹੈ ਹੀ ਨਹੀਂ, ਨਿਰਕਾਰ, ਨਿਰੰਕਾਰ। ਫਿਰ ਉਹਨਾਂ ਨੂੰ ਤਿੰਨ ਸੁਭਾਵਾਂ ਦੇ ਵਿੱਚ ਟਿਕਾ ਦਿੱਤਾ। ਤਿੰਨ, ਇੱਕ ਪੈਦਾ ਕਰਦਾ, ਦੂਜਾ ਪਾਲਦਾ, ਤੀਜਾ ਵਿਨਾਸ਼ੀ, ਖਤਮ ਕਰਦਾ। ਪਾਪ ਪੁੰਨ ਤੈ ਭਈ ਕਹਾਵਤ,
ਕੋਊ ਨਰਕ ਕੋਊ ਸੁਰਗ ਬਸ਼ਾਵਤ। ਫਿਰ ਨੇਕੀ ਤੇ ਬਦੀ ਦੀ ਕਹੌਤ ਆਰੰਭ ਹੋ ਗਈ। ਚੰਗਾ ਕੀ ਹੈ, ਮਾੜਾ ਕੀ ਹੈ, ਕਿਸੇ ਦੇ ਲਈ ਕੋਈ ਪੁੰਨ ਹੈ, ਕਿਸੇ ਦੇ ਲਈ ਕੋਈ ਪਾਪ ਹੈ। ਦੁਨੀਆ ਚੱਕਰ ਦੇ ਵਿੱਚ ਪੈ ਗਈ। ਰਚਨਾ, ਪ੍ਰਭੂ ਦੀ ਪਿਆਰੀ ਰਚਨਾ, ਦੋ ਹਿੱਸਿਆਂ ਦੇ ਵਿੱਚ ਵੰਡੀ ਗਈ, ਇੱਕ ਪਾਪੀ ਤੇ ਇੱਕ ਪੁੰਨੀ। ਪੁੰਨੀ ਸਵਰਗ, ਪਾਪੀ ਨਰਕ। ਸੋਚ, ਡਰ, ਭੈ ਪੈਦਾ ਹੋ ਗਿਆ। ਹਰ ਕੋਈ ਸਵਰਗ ਦੇ ਵਿੱਚ ਜਾਣਾ ਚਾਹੁੰਦਾ, ਚੰਗੇ ਕਰਮ ਕਰਨਾ ਚਾਹੁੰਦਾ, ਪਰ ਮਾਇਆ ਪੇਸ਼ ਨਹੀਂ ਜਾਣ ਦਿੰਦੀ, ਮਾੜੇ ਕੰਮ ਕਰਵਾਉਂਦੀ ਹੈ ਧੱਕੇ ਦੇ ਨਾਲ। ਪ੍ਰਭੂ ਦੇ ਬਣਾਏ ਭੋਲੇ ਇਨਸਾਨ ਨੂੰ ਪਿੰਜਰੇ ਦੇ ਵਿੱਚ ਪਾ ਲੈਂਦੀ ਹੈ। ਫਿਰ ਪਿੰਜਰੇ ਦੇ ਵਿੱਚ ਪਾਏ ਹੋਏ ਨੂੰ ਸੰਗਲਾਂ ਦੇ ਨਾਲ ਨੂੜ ਲੈਂਦੀ ਹੈ। ਹਿੱਲਣ ਜੋਗਾ ਰਹਿੰਦਾ ਹੀ ਨਹੀਂ। ਇਹ ਪਾਪ ਪੁੰਨ ਦੇ ਚੱਕਰ 'ਚ ਨਰਕ ਸੁਰਖ ਦੀ, ਨਰਕ ਤੇ ਸੁਰਗ ਦੀ ਸੋਚ ਦੇ ਵਿੱਚ ਕੈਦ ਹੋ ਕੇ ਰੋਗੀਆਂ ਵਾਂਗੂ ਸਾਰੀ ਜ਼ਿੰਦਗੀ ਬਲਲਾਈ ਜਾਂਦਾ ਹੈ। ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਭੈਸ ਭਾਰ। ਵਾਹਿਗੁਰੂ ਨੇ ਸੰਸਾਰੀ ਪਵਾੜੇ, ਧਨ ਦੌਲਤ, ਹੰਕਾਰ, ਸੰਸਾਰੀ ਮਮਤਾ, ਸੰਬੰਧ, ਸਾਰੇ ਦੇ ਸਾਰੇ ਇੱਕ ਭਾਰ, ਇੱਕ ਡਰ, ਇੱਕ ਭਰਮ, ਸਾਰੇ ਦੇ ਸਾਰੇ ਪ੍ਰਾਣੀ ਦੇ ਉੱਤੇ ਟਿਕਾ ਦਿੱਤੇ ਹਨ। ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਭੈਸ ਭਾਰ। ਜਿਵੇਂ ਕਿਸੇ ਉੱਤੇ ਭਾਰੀ ਪੰਡ ਚੁੱਕੀ ਹੋਵੇ, ਸਰੀਰ ਮਾੜਾ ਹੋਵੇ, ਲੱਤਾਂ ਪਤਲੀਆਂ, ਪੰਡ ਭਾਰੀ, ਪ੍ਰਾਣੀ ਡਿਗੂ ਡਿਗੂ ਕਰਦਾ, ਹੁਣ ਵੀ ਡਿੱਗਿਆ, ਹੁਣ ਵੀ ਡਿੱਗਿਆ, ਕਿਤੇ ਗਰਦਨ ਨਾ ਟੁੱਟ ਜਾਵੇ, ਲੱਤ ਨਾ ਟੁੱਟ ਜਾਵੇ, ਡਰ। ਇਹੀ ਕੁਝ ਰਚਨਾ ਬਣਾਉਣ ਤੋਂ ਬਾਅਦ ਪਾਪ ਪੁੰਨ ਨਰਕ ਸੁਰਗ ਜੰਜਾਲ ਹਉਮੈ ਮੋਹ ਮਾਇਆ, ਸਾਰੇ ਦਾ ਸਾਰਾ ਖਲਾਰਾ ਪੈ ਗਿਆ। ਦੁੱਖ ਸੁਖ ਮਾਨ ਅਪਮਾਨ, ਅਨੇਕ ਪ੍ਰਕਾਰ ਕੀਓ ਬਖਿਆਨ। ਬੇਆਰਾਮੀ, ਆਰਾਮ, ਇੱਜ਼ਤ, ਬੇਇੱਜ਼ਤੀ, ਇਹਦੇ ਜਿੰਨੇ ਮਰਜ਼ੀ ਹੋਰ ਨਾਂ ਰੱਖ ਲਓ, ਸਾਰੇ ਦੇ ਸਾਰੇ ਪਾਸੇ ਖਲਾਰਾ ਪਿਆ ਹੋਇਆ ਹੈ। ਡਰ ਦਾ, ਖੌਫ ਦਾ, ਭੈ ਦਾ। ਮਾਇਆ ਨੇ ਲਾਭ ਉਠਾ ਕੇ ਪ੍ਰਾਣੀ ਨੂੰ ਰੋਗੀ ਬਣਾ ਕੇ ਰੱਖ ਦਿੱਤਾ, ਚੱਕਰ ਦੇ ਵਿੱਚ ਪੈ ਗਿਆ। ਕਦੋਂ ਚੱਕਰ ਰਹਿਤ ਹੋ ਕੇ ਉਹਦੀ ਪ੍ਰਾਰਥਨਾ ਕਰ ਸਕੇ, ਕਦੋਂ ਤ੍ਰਿਸ਼ਨਾ ਰਹਿਤ ਹੋ ਕੇ ਉਹਦੇ ਵਿੱਚ ਮਨ ਜੋੜ ਸਕੇ, ਇਹ ਮਾਇਆ ਨੇ ਸੰਭਵ ਨਹੀਂ ਰਹਿਣ ਦਿੱਤਾ। ਦੁਰਬਲ ਕਮਜ਼ੋਰ ਪ੍ਰਾਣੀ ਕੋਸ਼ਿਸ਼ ਕਰਦਾ ਹੈ ਗੁਰੂ ਵੱਲ ਜਾਣ ਦੀ, ਗੁਰੂ ਨਾਲ ਪਿਆਰ ਕਰਨ ਦੀ, ਪਰ ਲੜ ਖੜਾ ਕੇ ਡਿੱਗ ਪੈਂਦਾ ਹੈ, ਕਿਉਂਕਿ ਮਾਇਆ ਦੇ ਸੰਗਲ ਉਹਨੂੰ ਅੱਗੇ ਨਹੀਂ ਵਧਣ ਦਿੰਦੇ।
ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਸੰਗਲਾਂ ਨੂੰ ਤੋੜਨ ਦਾ ਤਰੀਕਾ ਆਪਣੇ ਪਿਆਰੇ ਸਿੱਖ ਨੂੰ ਸਮਝਾਇਆ ਹੈ ਕਿ ਯੂ ਕੈਨ ਬ੍ਰੇਕ ਦੀ ਚੇਨਸ। ਸਵਾਸ ਸਵਾਸ, ਗਰਾਸ ਗਰਾਸ ਉਹਦਾ ਨਾਮ ਲੈਣਾ ਸ਼ੁਰੂ ਕਰ ਦੇ। ਆਪਣੀ ਮੈਂ ਨੂੰ ਗਿਰਾ ਦੇ। ਸਭ ਤੋਂ ਵੱਡੀ ਸਮੱਸਿਆ ਤੇਰੀ ਮੈਂ ਹੈ, ਜਿਹੜੀ ਤੇਰੇ ਤੇ ਉਹਦੇ ਵਿੱਚ ਇੱਕ ਰੁਕਾਵਟ ਹੈ, ਮਿਲਣ ਨਹੀਂ ਦਿੰਦੀ। ਇਹਦਾ ਨਾਸ਼ ਕਰ ਦੇ। ਖੇਲ ਆਪਣ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ ਨਾਨਕ ਏਕੈ। ਆਪਣੀ ਖੇਲ ਆਪ ਹੀ ਰਚਦਾ ਹੈ ਅਤੇ ਫਿਰ ਆਪ ਹੀ ਵੇਖਦਾ ਹੈ, ਦੇਖਦਾ ਹੈ। ਖੇਲਦਾ ਵੀ ਆਪ ਹੈ, ਦੇਖਦਾ ਵੀ ਆਪ ਹੈ, ਪਲੇਅਰ ਵੀ ਆਪ ਹੈ, ਦਰਸ਼ਕ ਵੀ ਆਪ ਹੈ। ਕਿੰਨਾ ਨਿਰਾਲਾ ਮੇਰਾ ਵਾਹਿਗੁਰੂ ਅਕਾਲ ਪੁਰਖ। ਜਦੋਂ ਖੇਲ ਨੂੰ ਖਤਮ ਕਰਦਾ ਤਾਂ ਫਿਰ ਇੱਕੋ ਹੀ ਰਹਿ ਜਾਂਦਾ। ਪਹਿਲਾਂ ਪਲੇਅਰ ਬਣ ਗਿਆ, ਦਰਸ਼ਕ ਬਣ ਗਿਆ, ਫਿਰ ਜਦ ਖੇਲ ਸਮਾਪਤ ਹੋ ਗਈ ਤਾਂ ਫਿਰ ਇੱਕ ਰਹਿ ਗਿਆ। ਇਹ ਉਹਦੀ ਕਲਾ ਹੈ, ਉਹਦੀ ਮਹਾਨਤਾ ਹੈ, ਉਹਦੀ ਜੁਗਤ ਹੈ। ਏਕ ਅਨੇਕ, ਅਨੇਕ ਏਕ। ਸ਼ਰਨ ਦੇ ਵਿੱਚ ਬੇਸ਼ੁਮਾਰ ਸਰੂਪ ਬਣਾ ਸਕਦਾ ਹੈ, ਸ਼ਰਨ ਦੇ ਵਿੱਚ ਸਮਾਪਤ ਕਰ ਸਕਦਾ ਹੈ। ਇਹ ਉਹਦੀ ਖੇਡ, ਉਹਦੀ ਲੀਲਾ ਉਹ ਆਪ ਹੀ ਸਮਝ ਸਕਦਾ ਹੈ। ਗੁਰੂ ਪਿਆਰਿਓ, ਇੱਕ ਵਾਰ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ ਉਹਦੀ ਕਿਰਪਾ ਦੇ ਨਾਲ। ਜੈ ਆਪ ਰਚਿਓ ਪਰਪੰਚ ਆਕਾਰ। When the Lord himself fashioned the universe and forms, he made the world in subject to three dispositions. ਏਕਾ ਮਾਈ ਚੁਕਤ ਵਿਆਜ ਤਿੰਨ ਚੇਲੇ ਪ੍ਰਵਾਨ। One, give the birth. Second, nourish. Third, banish, finish. ਪਾਪ ਪੁੰਨ ਤੈ ਪਈ ਕਹਾਵਤ, ਕੋਉ ਨਰਕ ਕੋਉ ਸੁਰਗ ਵਿਸ਼ਾਵਤ। Demerits and merits then began to be spoken of. Some go to hell and some crave for paradise. Half and half, one side more, one side less, desireful for heaven, everybody. ਆਲ ਜਾਲ ਮਾਇਆ ਜੰਜਾਲ, ਹਉਮੈ ਮੋਹ ਭਰਮ ਭੈ ਭਾਰ। God made the worldly entanglements of Maya, mammon, pride, earthly affection, doubt, and bundles of fear, loads of fear. दुख सुख मान अपमान, pain and pleasure, honor and dishonor began to be described in many ways. आपन खेल आप कर देखै, खेल संकोचै तो नानक एकै।
his own play. The Lord himself creates and beholds. When God binds up the play, then, O Nanak, he alone is left, just himself. How wonderful God is, how great Lord is. ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੇ ਮਹਾਨ, ਬਹੁਤ ਹੀ ਪਿਆਰੇ ਤਰੀਕੇ ਦੇ ਨਾਲ ਸਾਡੇ ਉੱਤੇ ਅਪਾਰ ਕਿਰਪਾ ਕੀਤੀ ਹੈ, ਸਮਝਾਇਆ ਹੈ ਕਿ ਇਹ ਜਿਹੜਾ ਜਗਤ ਹੈ ਇਹ ਇਕੱਲੇ ਨੇ ਆਪਣੀ ਮਰਜ਼ੀ ਆਪਣੀ ਮਿਹਰ ਨਾਲ ਰਚਿਆ ਹੈ। ਫਿਰ ਇਹਦਾ ਪ੍ਰਬੰਧ ਤਿੰਨਾਂ ਦੇ ਅਧੀਨ ਕਰ ਦਿੱਤਾ, ਜਿਹੜੇ ਕਿ ਹਿੰਦੂ ਮੈਥਾਲੋਜੀ ਦੇ ਮੁਤਾਬਕ ਬ੍ਰਹਮਾ ਵਿਸ਼ਨੂੰ ਮਹਾਦੇਵ ਤਿੰਨ ਪ੍ਰਬੰਧਕ ਹਨ, ਜਿਹੜੇ ਉਹਦੀ ਕਿਰਪਾ ਮੁਤਾਬਕ ਚੱਲਦੇ ਹਨ। ਉਹ ਆਪਣੇ ਆਪ ਵਿੱਚ ਕੁਝ ਨਹੀਂ ਹਨ, ਪ੍ਰਭੂ ਦੇ ਐਡਮਿਨਿਸਟ੍ਰੇਟਰ ਹਨ। ਫਿਰ ਦੁਨੀਆ ਚੰਗਾ ਮਾੜਾ, ਨੇਕੀ ਬਦੀ ਇਹਦੇ ਚੱਕਰਾਂ ਦੇ ਵਿੱਚ ਪੈ ਗਈ। ਇਹ ਕੰਮ ਚੰਗਾ ਹੈ ਕਿਸੇ ਦੇ ਲਈ, ਉਹੀ ਕੰਮ ਕਿਸੇ ਦੇ ਲਈ ਮਾੜਾ ਹੈ। ਪਾਪ ਤੇ ਪੁੰਨ ਦੀ ਇੱਕ ਕਹਾਵਤ ਬਣ ਗਈ। ਪ੍ਰਾਣੀ ਡਰਦਾ ਹੈ ਪਾਪ ਕਰਨ ਤੋਂ। ਹਰ ਕੋਈ ਪੁੰਨੀ ਬਣਨਾ ਚਾਹੁੰਦਾ ਹੈ ਤਾਂ ਕਿ ਸਵਰਗ ਦੇ ਵਿੱਚ ਜਗ੍ਹਾ ਮਿਲ ਜਾਵੇ। ਸਾਰੀ ਦੁਨੀਆ ਸਵਰਗ ਦਾ ਟਿਕਟ ਲੈਣ ਦੇ ਲਈ ਭੱਜੀ ਫਿਰਦੀ ਹੈ, ਇੱਕ ਦੂਜੇ ਦੇ ਉੱਤੇ ਦੌੜਦੀ ਫਿਰਦੀ ਹੈ, ਧੱਕਾ ਇੱਕ ਦੂਸਰੇ ਨਾਲ ਕੋਹਾਈ ਚੱਲ ਰਹੀ ਹੈ। ਜੇ ਚੰਗਾ ਕੀਤਾ ਸਵਰਗ ਵਿੱਚ, ਜੇ ਮਾੜਾ ਕੀਤਾ ਨਰਕ ਵਿੱਚ। ਇਹ ਖੌਫ ਹੈ, ਦੁਨੀਆ ਨੂੰ ਡਰਾ ਰਿਹਾ ਹੈ। ਮਾਇਆ ਖੂਬ ਕਾਮਯਾਬ ਹੋਈ ਹੈ। ਮਾਇਆ ਨੇ ਆਪਣਾ ਪਸਾਰਾ ਜਮਾ ਲਿਆ ਹੈ। ਕਲਯੁਗ ਦੇ ਵਿੱਚ ਕਲਾ ਕਲੇਸ਼, ਸੋਚ, ਹਉਮੈ, ਤ੍ਰਿਸ਼ਨਾ ਰੋਗ ਬਣ ਗਏ ਹਨ। ਦੁਨੀਆ ਦੇ ਕੋਲ ਭੋਰਾ ਜਿੰਨਾ ਸਮਾਂ ਨਹੀਂ ਹੈ। ਭਾਰ ਦੀ ਪੰਡ ਚੁੱਕੀ ਫਿਰਦੀ ਹੈ। ਸਾਰੇ ਸੰਸਾਰੀ ਪਵਾੜੇ, ਧਨ ਦੌਲਤ ਦੇ ਅਲਸੇਟੇ, ਹੰਕਾਰ, ਮਮਤਾ, ਸੰਦੇਹ, ਚਾਰੇ ਪਾਸੇ ਭਾਰ ਹੀ ਭਾਰ ਹਨ। ਪ੍ਰਾਣੀ ਕੀ ਕਰੇ? ਦੁੱਖ ਸੁੱਖ, ਮਾਨ ਅਪਮਾਨ, ਇਹਨਾਂ ਦੇ ਨਾਂ ਕਿੰਨੇ ਲੈ ਜਾਣ ਥੋੜ੍ਹੇ ਹਨ। ਬੇਸ਼ੁਮਾਰ ਨਾਮ ਹਨ ਜਿਹਦੇ ਵਿੱਚ ਇਨਸਾਨ ਖੋਇਆ ਹੋਇਆ ਹੈ। ਪ੍ਰਭੂ ਪਿਆਰਾ ਆਪਣਾ ਸ਼ੁੱਧਤਾ ਦਾ ਰੂਪ ਰਚਨਾ ਦੇ ਵਿੱਚ ਦੇ ਕੇ ਪ੍ਰਸੰਨ ਹੋਇਆ ਹੈ। ਖੇਲ ਬਣਾਈ ਹੈ, ਆਪ ਹੀ ਖੇਡਦਾ ਹੈ, ਆਪ ਹੀ ਖਿਡਾਉਂਦਾ ਹੈ, ਆਪ ਹੀ ਦੇਖਦਾ ਹੈ। ਮਸਤ ਹੈ ਰਚਣਹਾਰਾ ਆਪਣੀ ਰਚਨਾ ਨੂੰ ਦੇਖ ਕੇ ਅਤੀ ਪ੍ਰਸੰਨ ਹੈ। ਪਰ ਜਦੋਂ ਖੇਲ ਮੁੱਕਦੀ ਹੈ, ਖਤਮ ਹੋ ਜਾਂਦੀ ਹੈ,
ਫਿਰ ਉਹ ਇਕੱਲੇ ਦਾ ਇਕੱਲਾ ਰਹਿ ਜਾਂਦਾ ਹੈ। ਇਹੀ ਉਹਦੀ ਕਲਾ ਹੈ। ਪੁਰਾਣੀ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਤੇਰੇ ਉੱਤੇ ਅਪਾਰ ਕਿਰਪਾ ਕਰਦੇ ਹਨ। ਤੈਨੂੰ ਉਹ ਵਿਧੀ ਸਮਝਾਉਂਦੇ ਹਨ ਜਿਹੜੀ ਤੈਨੂੰ ਇਹਨਾਂ ਚੱਕਰਾਂ ਵਿੱਚੋਂ ਕੱਢ ਲਵੇਗੀ। ਕੀ ਲੈਣਾ ਤੈ ਨਰਕ ਤੇ ਸੁਰਗ ਤੋਂ, ਤੇਰੀ ਪ੍ਰੀਤਮ ਪ੍ਰਤੀ ਸ਼ਰਧਾ ਤੇਰਾ ਵੱਡਾ ਸਵਰਗ ਹੈ। ਉਸ ਪ੍ਰਭੂ ਨੂੰ, ਉਸ ਪ੍ਰੀਤਮ ਨੂੰ ਦੰਡਵਤ ਪ੍ਰਣਾਮ ਕਰ, ਉਹਦੇ ਉੱਤੇ ਕੁਰਬਾਨ ਹੋ ਜਾ। ਤੈਨੂੰ ਪਾਪ ਪੁੰਨ ਦੀ ਕੋਈ ਲੋੜ ਨਹੀਂ ਰਹਿਣੀ। ਤੇਰੀ ਚਾਹਤ ਨਰਕ ਤੇ ਸਵਰਗ ਦੀ ਵੀ ਖਤਮ ਹੋ ਜਾਵੇਗੀ। ਤੇਰੇ ਡਰ, ਤੇਰੇ ਭੈ ਲੱਥ ਜਾਣਗੇ। 24 ਘੰਟੇ ਤੇਰੇ ਕੋਲ ਹਨ। ਆਪਣੇ ਚੇਤ ਮਨ ਦੇ ਨਾਲ ਆਪਣੇ ਜੀਵਨ ਦੇ ਤੌਰ ਤਰੀਕੇ ਬਦਲ ਲੈ। ਉੱਠਦਾ ਬਹਿਦਾ, ਜਾਗਦਾ ਸੌਂਦਾ, ਕੰਮ ਧੰਦਾ ਕਰਦਾ, ਉਹਦੀ ਮਿਹਰ ਦੇ ਗੁਣ ਗਾ, ਉਹਦਾ ਸ਼ੁਕਰਾਨਾ ਕਰ। ਫਿਰ ਤੂੰ ਨਹੀਂ ਰਹੇਗਾ, ਤੇਰੀ ਮੈਂ ਮੁੱਕ ਜਾਵੇਗੀ। ਤੇਰੀ ਸਭ ਤੋਂ ਵੱਡੀ ਸਮੱਸਿਆ ਦਾ ਅੰਤ ਹੋ ਜਾਵੇਗਾ। ਜਦ ਵੀ ਤੇਰੀ ਮੈਂ ਮੁੱਕ ਗਈ ਤਾਂ ਸਮਝ ਲਈ ਉਸੇ ਛਿਨ, ਉਸੇ ਪਲ ਤੈਨੂੰ ਪ੍ਰੀਤਮ ਪਿਆਰਾ ਮਿਲ ਗਿਆ। ਪ੍ਰਭੂ ਦੇ ਦਰਸ਼ਨ ਹੋ ਗਏ। ਤੂੰ ਪ੍ਰਭੂ ਦਾ ਤੇ ਪ੍ਰਭੂ ਤੇਰਾ ਬਣ ਗਿਆ। ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।